hello to all the society, all the Indians worldwide ਜਿਹੜੇ ਵੀ ਮੇਰੇ ਭੈਣ ਵੀਰ ਮੈਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਹੈ ਜੀ। ਅੱਜ ਮੈਂ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ 'ਤੇ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੀ। ਐਕਚੁਅਲੀ ਤੁਸੀਂ ਸਭ ਉਸ ਚੀਜ਼ ਨੂੰ ਜਾਣਦੇ ਹੋ, ਬਟ ਆਪਣੇ ਵਿੱਚੋਂ ਬਹੁਤ ਫਿਊ ਉਸ ਚੀਜ਼ ਨੂੰ ਪਹਿਚਾਣਦੇ ਨੇ। ਬਹੁਤ ਘੱਟ ਲੋਕ ਨੇ ਜਿਹੜੇ ਉਸ ਚੀਜ਼ ਨੂੰ ਪਹਿਚਾਣਦੇ ਨੇ ਇਸ ਟਾਈਮ। ਬਾਕੀ ਲੋਕ ਉਸ ਚੀਜ਼ ਸੱਚ ਤੋਂ ਜਿਹੜੇ ਨੇ ਉਹ ਅਣਗੌਲਿਆ ਨੇ। ਅੱਜ ਕੱਲ੍ਹ ਅਸੀਂ ਜਿਹੜੇ ਦੌਰ ਤੋਂ ਗੁਜ਼ਰ ਰਹੇ ਹਾਂ, ਇਹ ਪੈਂਡੈਮਿਕ ਦੌਰ ਹੈ, ਕਰੋਨਾ ਦਾ ਦੌਰ ਹੈ, ਅਤੇ ਅਸੀਂ ਸਭ ਇਹ ਸਮਝ ਨਹੀਂ ਪਾ ਰਹੇ ਕਿ ਇਸ ਤੋਂ ਉੱਭਰਿਆ ਕਿਵੇਂ ਜਾ ਸਕਦਾ ਹੈ। ਇਹ ਕਿੱਥੋਂ ਆ ਗਿਆ, ਕੀ ਹੋ ਗਿਆ ਸਾਡੇ ਨਾਲ। ਇੱਦਾਂ ਦਾ ਦੁਨੀਆ ਦੇ ਵਿੱਚ ਰੱਬ ਨੇ ਕਹਿਰ ਮਚਾ ਦਿੱਤਾ ਹੈ। ਇੰਨੀਆਂ ਕੀਮਤੀ ਜਾਨਾਂ ਚਲੀਆਂ ਗਈਆਂ ਨੇ ਜੋ ਕਿ ਨਹੀਂ ਸੀ ਹੋਣਾ ਚਾਹੀਦਾ। ਬਟ ਆਪਾਂ ਸਾਰੇ ਹੀ ਇਸ ਗੱਲ ਨੂੰ ਕਿਤੇ ਨਾ ਕਿਤੇ ਜਾਣਦੇ ਹਾਂ ਕਿ ਇਹ ਸਭ ਕੁਝ ਸਾਡੀ ਆਪਣੀ ਦੇਣ ਹੈ। ਇਹ ਸਾਡੀ ਖੁਦ ਨੂੰ ਆਪਣੀ ਹੀ ਦੇਣ ਹੈ। ਅਸੀਂ ਸਭ ਕੁਝ ਖੁਦ ਸਹੇੜਿਆ ਹੈ। ਨੇਚਰ ਨੇ ਸਿਰਫ ਆਪਣੇ ਆਪ ਨੂੰ ਹੀਲ ਕਰਨ ਦੇ ਲਈ ਟਾਈਮ ਮੰਗਿਆ ਹੈ। ਨੇਚਰ ਆਪਣੇ ਆਪ ਨੂੰ ਹੀਲ ਕਰ ਰਹੀ ਹੈ। ਕਿਸ ਤਰ੍ਹਾਂ ਕਰ ਰਹੀ ਹੈ ਇਹ ਤੁਹਾਨੂੰ ਮੈਂ ਹੁਣ ਦਿਖਾਵਾਂਗੀ ਕਿ ਨੇਚਰ ਆਪਣੇ ਆਪ ਨੂੰ ਕਿਸ ਕਿਸ ਤਰੀਕੇ ਦੇ ਨਾਲ ਹੀਲ ਕਰ ਰਹੀ ਹੈ। ਅਸੀਂ ਨੇਚਰ ਨੂੰ ਕਿੱਥੇ ਕਿੱਥੇ ਦੁੱਖ ਪਹੁੰਚਾਇਆ, ਕਿੱਥੇ ਕਿੱਥੇ ਹਾਰਮ ਪਹੁੰਚਾਇਆ, ਜਿਹਦੇ ਕਰਕੇ ਨੇਚਰ ਨੇ ਐਡਾ ਵੱਡਾ ਸਟੈਪ ਲਿਆ। ਅਤੇ ਇਸ ਤੋਂ ਉੱਭਰਨ ਦੇ ਲਈ ਸਾਨੂੰ ਹੁਣ ਵੀ ਸਿਆਣੇ ਬਣਨਾ ਚਾਹੀਦਾ। ਕੁਛ ਗੱਲਾਂ ਦੇ ਲਈ ਸਾਨੂੰ ਸੁਧਰ ਜਾਣਾ ਚਾਹੀਦਾ। ਕੁਛ ਜਿਹੜੇ ਕੰਮ ਅਸੀਂ ਡੇਲੀ ਬੇਸਿਸ 'ਤੇ ਜੋ ਅਸੀਂ ਕਰਦੇ ਹਾਂ ਉਹ ਸਾਨੂੰ ਕੁਛ ਘਟਾ ਦੇਣੇ ਚਾਹੀਦੇ ਨੇ। ਹਾਂ, ਅਸੀਂ ਉਸ ਟੈਕਨੋਲੋਜੀ ਦੇ ਵਿੱਚ ਰਹਿ ਰਹੇ ਹਾਂ ਜਿੱਥੇ ਅਸੀਂ ਉਸ ਟੈਕਨੋਲੋਜੀ ਤੋਂ ਬਿਨਾਂ ਜਾਂ ਕੁਛ ਇੱਦਾਂ ਦੀਆਂ ਅਸੀਂ ਚੀਜ਼ਾਂ ਬਣਾ ਲਈਆਂ ਨੇ ਜਿਨ੍ਹਾਂ ਤੋਂ ਬਿਨਾਂ ਅਸੀਂ ਨਹੀਂ ਰਹਿ ਸਕਦੇ। ਬਟ ਹਾਂ, ਅਸੀਂ ਉਹਨਾਂ ਦੀ ਲਾਗਤ ਨੂੰ, ਉਹਨਾਂ ਦੇ ਯੂਜ਼ੇਜ ਨੂੰ ਕਿਤੇ ਨਾ ਕਿਤੇ ਅਸੀਂ ਘਟਾ ਜ਼ਰੂਰ ਸਕਦੇ ਹਾਂ। ਅਸੀਂ ਰੀਯੂਜ਼ ਕਰ ਸਕਦੇ ਹਾਂ ਚੀਜ਼ਾਂ ਨੂੰ, ਅਸੀਂ ਰੀਸਾਈਕਲ ਕਰ ਸਕਦੇ ਹਾਂ ਚੀਜ਼ਾਂ ਨੂੰ। ਸੋ ਲੈਟਸ ਸੀ ਕਿ ਉਹ ਕਿਹੜੀਆਂ ਚੀਜ਼ਾਂ ਨੇ ਜਿਹਦੇ ਕਰਕੇ ਨੇਚਰ ਸਾਡੇ ਤੋਂ ਗੁੱਸੇ ਹੋ ਗਈ ਹੈ। ਓਕੇ ਜੀ, ਚਲੋ ਗੱਲ ਕਰਦੇ ਹਾਂ। ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਕਿੰਨਾ ਜ਼ਿਆਦਾ ਟ੍ਰੈਫਿਕ ਸੀਗਾ, ਬਹੁਤ ਜ਼ਿਆਦਾ ਟ੍ਰੈਫਿਕ ਸੀ। ਏਅਰ ਪੋਲਿਊਸ਼ਨ ਕਾਜ਼ ਹੋ ਰਿਹਾ ਸੀ, ਨੋਇਜ਼ ਪੋਲਿਊਸ਼ਨ, ਪੀ ਪੀ ਪੌਂ ਪੌਂ, ਕਿੰਨੇ ਹੌਰਨਸ ਵਜਾਉਂਦੇ ਸੀ ਅਸੀਂ ਬਿਨਾਂ ਮਤਲਬ ਤੋਂ। ਜਿਹੜੀ ਜਿੱਥੇ ਹੌਰਨ ਦੀ ਜ਼ਰੂਰਤ ਨਹੀਂ ਵੀ ਹੁੰਦੀ ਸੀ ਅਸੀਂ ਤਾਂ ਵੀ ਹੌਰਨ ਵਜਾਉਂਦੇ ਸੀ। ਜਿੱਥੇ ਸਾਨੂੰ ਪਤਾ ਹੈ ਕਿ ਉੱਥੇ ਰੈੱਡ ਲਾਈਟ ਹੋਈ ਹੈ ਅਸੀਂ ਤਾਂ ਵੀ ਹੌਰਨ ਵਜਾਉਂਦੇ ਸੀਗੇ, ਜਿੱਥੇ ਸਾਨੂੰ ਪਤਾ ਹੈ ਕਿ ਜ਼ਰੂਰਤ ਨਹੀਂ ਆ। ਇੰਡਸਟਰੀਜ਼ ਤੋਂ ਬਹੁਤ ਜ਼ਿਆਦਾ ਏਅਰ ਪੋਲਿਊਸ਼ਨ ਨਿਕਲਦਾ ਸੀ। ਪਲੱਸ ਜਿੰਨਾ ਇੰਡਸਟਰੀਅਲ ਵੇਸਟ ਹੁੰਦਾ ਸੀ, ਜੋ ਟੌਕਸਿਕ ਕੈਮੀਕਲਸ ਹੁੰਦੇ ਸੀ, ਉਹ ਸਭ ਇੰਡਸਟਰੀਅਲ ਵੇਸਟ ਰਿਵਰ ਐਂਡ ਓਸ਼ੀਅਨਸ ਦੇ ਵਿੱਚ ਮਿਕਸ ਕਰ ਦਿੱਤੇ ਜਾਂਦੇ ਸੀਗੇ। ਐਂਡ ਅਸੀਂ ਉਹਨਾਂ ਨੇਚਰ ਦੇ ਜਿੰਨੇ ਵੀ ਐਨੀਮਲ ਸੀਗੇ, ਛੋਟੇ ਜੀਵ ਸੀ, ਅਸੀਂ ਉਹਨਾਂ ਨੂੰ ਦੁੱਖ ਪਹੁੰਚਾਇਆ ਹੈ। ਅਸੀਂ ਉਸ ਏਅਰ ਪੋਲਿਊਸ਼ਨ, ਉਸ ਨੋਇਸ ਪੋਲਿਊਸ਼ਨ ਦੇ ਨਾਲ ਉੱਡਣ ਵਾਲੇ ਬਰਡਸ ਨੂੰ ਦੁੱਖ ਪਹੁੰਚਾਇਆ ਹੈ। ਐਂਡ ਦੈਨ ਆਫਟਰ ਦੈਟ ਇੰਨੀਆਂ ਬਿਲਡਿੰਗਸ ਬਣ ਚੁੱਕੀਆਂ ਨੇ, ਇੰਨਿਆਂ ਘਰਾਂ ਦੇ ਵਿੱਚ ਏਅਰ ਕੰਡੀਸ਼ਨਸ ਲੱਗ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ CFC ਕਲੋਰੋਫਲੋਰੋਕਾਰਬਨ ਨਾਮ ਦੀ ਗੈਸ ਨਿਕਲਦੀ ਹੈ, ਜਿਹੜੀ ਕੀ ਕਰਦੀ ਹੈ, ਸਭ ਤੋਂ ਜ਼ਿਆਦਾ ਗਲੋਬਲ ਵਾਰਮਿੰਗ ਦੇ ਵਿੱਚ ਹਿੱਸਾ ਪਾਉਂਦੀ ਹੈ। ਇਹ ਸਾਰੀਆਂ ਚੀਜ਼ਾਂ ਮਿਲ ਕੇ ਕੀ ਕਰ ਰਹੀਆਂ ਸੀਗੀਆਂ, ਗਲੋਬਲ ਵਾਰਮਿੰਗ ਕਰ ਰਹੀਆਂ ਸੀ, ਗ੍ਰੀਨ ਹਾਊਸ ਇਫੈਕਟ ਕਰ ਰਹੀਆਂ ਸੀ, ਸਾਡੀ ਨੇਚਰ ਨੂੰ ਬਹੁਤ ਜ਼ਿਆਦਾ ਡਿਸਟਰਬ ਕਰ ਰਹੀਆਂ ਸੀ। ਨੇਚਰ ਨੇ ਇਸ ਨੂੰ ਹੀਲ ਕਿਸ ਤਰ੍ਹਾਂ ਕੀਤਾ ਹੈ? ਨੇਚਰ ਨੇ ਕਰੋਨਾ ਲੈ ਕੇ ਆਂਦਾ, ਜਿਹਦੇ ਨਾਲ ਸਾਡੀਆਂ ਕੀਮਤੀ ਜਾਨਾਂ ਜ਼ਰੂਰ ਗਈਆਂ, ਪਰ ਨੇਚਰ ਨੇ ਆਪਣੀ ਜਿੰਨੀ ਵੀ ਗਰੀਨਰੀ ਸੀ ਉਹਨੂੰ ਫਰੈਸ਼ ਕਰ ਦਿੱਤਾ। ਫਰੈਸ਼ ਏਅਰ ਹੋ ਗਈ ਹੈ, ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਆਕਸੀਜਨ ਪਲਾਂਟਸ ਜਿਹੜੇ ਨੇ ਉਹ ਰਿਲੀਜ਼ ਕਰ ਪਾ ਰਹੇ ਨੇ, ਐਂਡ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਕਾਰਬਨ ਡਾਈਆਕਸਾਈਡ ਨੂੰ ਐਬਜ਼ੋਰਬ ਕਰ ਪਾ ਰਹੇ ਨੇ। ਐਂਡ ਰੋਡਸ ਦੇ ਉੱਤੇ ਪਹਿਲਾਂ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਸੀ, ਨਾਓ ਦ ਟ੍ਰੈਫਿਕ ਜੈਮਸ ਆਰ ਟੋਟਲੀ ਕਲੀਅਰਡ ਐਂਡ ਟਾਮੀਆਂ ਗੱਡੀਆਂ ਦਿਖਦੀਆਂ ਨੇ, ਕਲੀਅਰਡ ਨੇ, ਜਿਨ੍ਹਾਂ ਨੂੰ ਹੌਰਨ ਵੀ ਵਜਾਉਣਾ ਨਹੀਂ ਪੈਂਦਾ। ਐਂਡ ਉੱਥੇ ਏਅਰ ਪੋਲਿਊਸ਼ਨ, ਨੋਇਸ ਪੋਲਿਊਸ਼ਨ ਦੋਨੋਂ ਹੀ ਸਟਾਪ ਹੋ ਗਏ ਨੇ। ਨੈਕਸਟ ਟੂ ਇਟ ਇੰਡਸਟਰੀਅਲ ਪੋਲਿਊਸ਼ਨਸ। ਨੇਚਰ ਨੇ ਸਾਡੀ ਜ਼ਿੰਦਗੀ ਰੋਕ ਦਿੱਤੀ ਹੈ, ਨੇਚਰ ਨੇ ਇੰਡਸਟਰੀਜ਼ ਰੋਕ ਦਿੱਤੀਆਂ ਨੇ, ਨੇਚਰ ਨੇ ਇੰਡਸਟਰੀਅਲ ਪ੍ਰੋਡਕਸ਼ਨ ਨੂੰ ਸਟਾਪ ਕਰ ਦਿੱਤਾ ਹੈ। ਐਂਡ ਨੇਚਰ ਨੇ ਏਅਰ ਪੋਲਿਊਸ਼ਨ ਰੋਕ ਦਿੱਤਾ। ਨੇਚਰ ਨੇ ਜੋ ਸਾਡੇ ਰਿਵਰਸ ਐਂਡ ਓਸ਼ੀਅਨਸ ਦੇ ਵਿੱਚ ਇੰਡਸਟਰੀਅਲ ਵੇਸਟ ਜਾਂਦਾ ਸੀ, ਜੋ ਜ਼ਹਿਰ ਜਾਂਦੀ ਸੀ, ਨੇਚਰ ਨੇ ਉਹ ਕਲੀਨ ਕਰ ਦਿੱਤਾ। ਹੁਣ ਤਾਂ ਈਵਨ ਕਹਿ ਰਹੇ ਨੇ ਕਿ ਗੰਗਾ ਵੀ ਕਲੀਨ ਹੋਣੀ ਸ਼ੁਰੂ ਹੋ ਗਈ ਹੈ। ਐਂਡ ਐਟ ਲਾਸਟ ਗਲੋਬਲ ਵਾਰਮਿੰਗ ਡਿਕਰੀਜ਼ ਹੋ ਚੁੱਕੀ ਹੈ। ਓਜ਼ੋਨ ਲੇਅਰ ਜਿਹੜੀ ਕਿ ਇਹਨਾਂ ਸਭ ਚੀਜ਼ਾਂ ਦੇ ਕਰਕੇ ਸਾਡੀ ਓਜ਼ੋਨ ਲੇਅਰ ਡਿਪਲੀਟ ਹੋ ਰਹੀ ਸੀ, ਓਜ਼ੋਨ ਲੇਅਰ ਹੀਲ ਹੋ ਰਹੀ ਹੈ ਹੁਣ। ਸਮਰਸ ਆਰ ਨਾਟ ਹੌਟ। ਕੈਨ ਯੂ ਥਿੰਕ ਅਬਾਊਟ ਕਿ ਮਈ ਦੇ ਵਿੱਚ ਤੁਸੀਂ ACs ਨਾ ਚਲਾਏ ਹੋਣ, ਮਈ ਦੇ ਵਿੱਚ ਤੁਸੀਂ ਫਿਰ ਵੀ ਪੱਖੇ ਨੂੰ ਸਲੋ ਕਰ ਰਹੇ ਹੋ, ਮਈ ਮਹੀਨੇ ਦੇ ਵਿੱਚ, ਮਈ ਮੰਥ ਦੇ ਵਿੱਚ ਵੀ ਤੁਸੀਂ ਕੰਬਲ ਲੈ ਕੇ ਸੋ ਰਹੇ ਹੋ। ਦਿਸ ਇਜ਼ ਨਾਟ ਅ ਸਟੋਰੀ ਆਫ ਵਨ, ਦਿਸ ਇਜ਼ ਅ ਸਟੋਰੀ ਆਫ all. Summers are not hot. No need to start the AC. CFC ਦਾ ਲੈਵਲ ਬਹੁਤ ਲੋਅਰ ਹੋ ਚੁੱਕਾ ਹੈ। ਐਂਡ ਅਸੀਂ ਇੱਕ ਫਰੈਸ਼ ਕਲੀਨ ਨੇਚਰ ਨੂੰ ਦੇਖ ਪਾ ਰਹੇ ਹਾਂ, ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈ ਪਾ ਰਹੇ ਹਾਂ। ਥੈਂਕ ਯੂ। ਯੈਸ,
You are looking very rightly. These are the hospitals. ਇਹ hospitals ਨੇ ਜਿਹੜੇ ਕਿ ਮਰੀਜ਼ਾਂ ਦੇ ਨਾਲ ਖਚਾ ਖਚ ਭਰੇ ਹੋਏ ਨੇ, ਐਂਬੂਲੈਂਸਿਸ ਆ ਰਹੀਆਂ ਨੇ, ਸਟ੍ਰੈਚਰਸ ਪਏ ਹੋਏ ਨੇ, ਬਹੁਤ ਜ਼ਿਆਦਾ ਐਕਸੀਡੈਂਟਲ ਕੇਸਿਸ ਹੁੰਦੇ ਨੇ, ਬਹੁਤ ਸੀਰੀਅਸ ਕੇਸਿਸ ਆਉਂਦੇ ਨੇ, ਐਂਡ hospitals are always filled with the patients, a lot of diseases, a lot of patients, a lot of medicines. ਲਿਫਾਫੇ ਭਰ ਮੈਡੀਸਿਨਸ ਦੇ ਘਰਾਂ ਨੂੰ ਜਾ ਰਹੇ ਨੇ ਜਿਵੇਂ ਅਸੀਂ ਸੌਦਾ ਖਰੀਦ ਰਹੇ ਹੁੰਦੇ ਹਾਂ। ਇਸ ਤਰ੍ਹਾਂ ਦੇ ਨਾਲ ਸਾਡੀ ਆਦਤ ਬਣ ਗਈ ਸੀ, ਅਸੀਂ ਹੈਬੀਚੁਅਲ ਹੋ ਚੁੱਕੇ ਸੀ, ਅਸੀਂ ਮੈਡੀਸਿਨਸ ਇਸ ਤਰ੍ਹਾਂ ਦੇ ਨਾਲ ਖਰੀਦ ਕੇ ਜਾ ਰਹੇ ਸੀ। ਬਟ ਸੀ ਵਟ ਕਰੋਨਾ ਡਿਡ, ਕਰੋਨਾ ਨੇ ਆਪਣਾ ਇਫੈਕਟ ਦਿਖਾਇਆ, ਬਟ ਕਰੋਨਾ ਨੇ ਬਾਕੀ ਡਿਜ਼ੀਜ਼ਿਸ ਨੂੰ ਫੇਲ ਕਰ ਦਿੱਤਾ। ਫੇਲ ਕੀ ਕਰਨਾ ਸੀਗਾ? ਹੋਸਪਿਟਲਸ ਦੇ ਵਿੱਚ ਹੁਣ ਕੋਈ ਪੇਸ਼ੈਂਟ ਹੀ ਨਹੀਂ ਦਿਖਦੇ, ਬਹੁਤ ਟਾਵੇਂ ਜਿਹੜੇ ਬਹੁਤ ਹੀ ਸੀਰੀਅਸ ਹੋਣਗੇ, ਜਿਹੜੇ ਸੱਚੀ ਵਿੱਚ ਪੇਸ਼ੈਂਟ ਸੀ, ਸਿਰਫ ਉਹ ਦਿਖ ਰਹੇ ਨੇ। ਐਂਬੂਲੈਂਸਿਸ ਖੜੀਆਂ ਨੇ ਜਸਟ ਕਿਸੇ ਬਹੁਤ ਹੀ ਐਮਰਜੈਂਸੀ ਦੇ ਲਈ ਨਿਕਲਦੀਆਂ ਨੇ, ਐਂਡ 90% ਲੈਸ ਪੇਸ਼ੈਂਟਸ ਇਨ ਦ hospital, 90% less diseases in the hospitals, and nobody is buying the medicines as a ਸੌਦਾ। ਕੋਈ ਵੀ ਸੌਦੇ ਦੀ ਤਰ੍ਹਾਂ ਮੈਡੀਸਿਨਸ ਨੂੰ ਬਾਏ ਨਹੀਂ ਕਰ ਰਿਹਾ। ਐਂਡ here I want to raise one question, do we sick psychologically or really? ਕਿ ਅਸੀਂ ਸੱਚੀ ਤੋਂ ਬਿਮਾਰ ਹੁੰਦੇ ਸੀਗੇ ਜਾਂ ਫਿਰ ਅਸੀਂ ਇੱਕ ਤਰ੍ਹਾਂ ਦੇ ਨਾਲ ਆਪਣੀ ਬਾਡੀ ਨੂੰ ਖੁਦ ਹੀ ਬਿਮਾਰ ਕਰ ਲੈਂਦੇ ਸੀ। ਨਾਓ ਵਟ ਵੀ ਹੈਵ ਡਿਡ, ਅਸੀਂ ਘਰ ਦੇ ਵਿੱਚ ਹਲਦੀ, ਅਦਰਕ, ਅਸੀਂ ਘਰ ਦੇ ਵਿੱਚ ਤੁਲਸੀ, ਪੁਦੀਨਾ, ਕਾਲੀ ਮਿਰਚ, ਲੌਂਗ, ਇਲਾਇਚੀਆਂ, ਇਹਨਾਂ ਸਭ ਦਾ, ਲਸਣ, ਇਹਨਾਂ ਸਭ ਦਾ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। and what the effects are? The effects are very positive and very energetic। ਅਸੀਂ ਸਭ ਬਿਨਾਂ ਦਵਾਈਆਂ ਤੋਂ ਠੀਕ ਹੋ ਰਹੇ हैं, कोई बीमार भी नहीं हो रहा। so what are the effects of corona, negative or positive? And now lastly come to the last point, corona। before corona the sun gives us a scorching heat in the month of even ਮਾਰਚ ਮੰਥ ਦੇ ਵਿੱਚ ਹੀ ਸਾਨੂੰ ਜਿਹੜਾ ਸਨ ਸੀਗਾ ਉਹ ਸਕੋਚਿੰਗ ਹੀਟ ਦੇਣੀ ਸਟਾਰਟ ਕਰ ਦਿੰਦਾ ਹੁੰਦਾ ਸੀਗਾ, ਐਂਡ ਇਸ ਮੰਥ ਤੱਕ ਬੁਰਾ ਹਾਲ ਹੋ ਜਾਂਦਾ ਹੁੰਦਾ ਸੀਗਾ। ਬਟ ਹੁਣ ਇੰਡਸਟਰੀਜ਼ ਸਟਾਪ ਹੋ ਚੁੱਕੀਆਂ ਨੇ, ਆਟੋਮੋਬਾਈਲਸ ਦਾ ਜਿਹੜਾ ਪੋਲਿਊਸ਼ਨ ਸੀਗਾ ਉਹ ਸਟਾਪ ਹੋ ਚੁੱਕਾ ਹੈ, CFC ਗੈਸ ਘੱਟ ਰਿਲੀਜ਼ ਹੋ ਰਹੀ ਹੈ, ਜਿਹਦੇ ਕਰਕੇ ਜਿਹੜਾ ਸਨ ਹੈ ਉਹ ਵੀ ਆਪਣੇ ਨੋਰਮਲ ਟੈਂਪਰੇਚਰ 'ਤੇ ਹੈ। ਨੋਰਮਲ ਟੈਂਪਰੇਚਰ ਮੀਨਸ ਓਜ਼ੋਨ ਲੇਅਰ ਆਪਣੇ ਆਪ ਨੂੰ ਹੀਲ ਕਰ ਚੁੱਕੀ ਹੈ ਅਤੇ ਸਨਲਾਈਟ ਡਾਇਰੈਕਟਲੀ ਘੱਟ ਪਹੁੰਚਦੀ ਹੈ। ਪਲੱਸ ਸਾਡੇ ਜਿਹੜੇ ਪਲਾਂਟਸ ਹੈ ਉਹ ਜ਼ਿਆਦਾ ਫਰੈਸ਼ ਹੋ ਗਏ ਨੇ, ਸਾਡੇ ਪਲਾਂਟਸ ਜ਼ਿਆਦਾ ਫਰੈਸ਼ ਏਅਰ, ਠੰਡੀ ਹਵਾ ਦੇ ਰਹੇ ਨੇ, ਐਂਡ ਐਟ ਲਾਸਟ ਦ ਸੋਲਿਊਸ਼ਨ ਇਜ਼ ਮੇ ਇਜ਼ ਕੂਲ, ਐਂਡ ਹੋਪਫੁਲੀ ਟੈਂਪਰੇਚਰ ਇਸੇ ਤਰ੍ਹਾਂ ਦੇ ਨਾਲ ਰਿਹਾ, ਨੇਚਰ ਇਸੇ ਤਰ੍ਹਾਂ ਆਪਣੇ ਆਪ ਨੂੰ ਹੀਲ ਕਰਦੀ ਰਹੀ ਤਾਂ ਸਾਨੂੰ ਨਾ ਤਾਂ ਜ਼ਿਆਦਾ ਗਰਮੀ ਲੱਗੇਗੀ ਨਾ ਜ਼ਿਆਦਾ ਠੰਡ ਲੱਗੇਗੀ। ਬਟ ਨਾਓ ਇੱਥੇ ਇੱਕ ਬਹੁਤ ਹੀ ਸੋਚਣ ਵਾਲੀ ਗੱਲ ਹੈ, ਉਹ ਕੀ ਹੈ ਮੈਂ ਦੱਸਦੀ ਹਾਂ। ਓਕੇ, ਨਾਓ ਆਈ ਕੇਮ ਟੂ ਮਾਈ ਪੁਆਇੰਟ। ਹੁਣ ਪੁਆਇੰਟ ਕੀ ਹੈ? ਆਪਾਂ ਇਹ ਸਭ ਕੁਛ ਦੇਖ ਲਿਆ, ਸੁਣ ਲਿਆ, ਕਲੀਅਰ ਵੀ ਹੋ ਗਿਆ, ਸਾਨੂੰ ਪਹਿਚਾਣ ਵੀ ਲਿਆ। ਹੁਣ ਅਸੀਂ ਕੀ ਕਰ ਸਕਦੇ ਹਾਂ? ਹਜੇ ਵੀ ਸਾਨੂੰ ਅਵੇਅਰ ਹੋ ਜਾਣਾ ਚਾਹੀਦਾ, ਹਜੇ ਵੀ ਸਾਨੂੰ ਜਾਗ ਜਾਣਾ ਚਾਹੀਦਾ। ਜ਼ਿਆਦਾ ਤੋਂ ਜ਼ਿਆਦਾ ਟਰੀਜ਼ ਲਗਾਓ, ਇੰਡਸਟਰੀਅਲ ਵੇਸਟ ਨੂੰ ਘੱਟ ਕਰੋ। ਇੰਡਸਟਰੀਅਲ ਵੇਸਟ ਤਾਂ ਹੀ ਘੱਟ ਹੋਏਗਾ ਜੇ ਤੁਸੀਂ ਉਸਦੀ ਯੂਜ਼ੇਜ ਨੂੰ ਸਟਾਪ ਕਰੋਗੇ। ਤੁਸੀਂ ਫਾਸਟ ਫੂਡ ਦੀ ਜਿਹੜੀ ਯੂਜ਼ੇਜ ਹੈਗੀ ਹੈ, ਯੂਟੀਲਾਈਜੇਸ਼ਨ ਹੈ, ਉਹਨੂੰ ਸਟਾਪ ਕਰੋਗੇ। ਹੁਣ ਵੀ ਤੇ ਘਰਾਂ ਦੇ ਵਿੱਚ ਬਣਾ ਕੇ ਖਾ ਰਹੇ ਹਾਂ, ਅਸੀਂ ਪਹਿਲਾਂ ਵੀ ਖਾ ਸਕਦੇ ਸੀ, ਅਸੀਂ ਬਾਅਦ ਵਿੱਚ ਵੀ ਖਾ ਸਕਦੇ ਹਾਂ। ਸੋਚੋ ਕਿ ਹੁਣ ਤੁਸੀਂ ਬਾਅਦ ਵਿੱਚ ਆਪਣੀ ਲਾਈਫ ਨੂੰ ਪਹਿਲਾਂ ਵਾਂਗੂ ਜੀ ਸਕਦੇ ਹੋ? ਕੀ ਤੁਹਾਨੂੰ ਲੱਗਦਾ ਹੈ ਤੁਸੀਂ ਪਹਿਲਾਂ ਵਾਂਗੂ ਸ਼ਰੇਆਮ ਘੁੰਮ ਸਕਦੇ ਹੋ, ਕਿਸੇ ਵੀ ਚੀਜ਼ ਨੂੰ ਟੱਚ ਕਰ ਸਕਦੇ ਹੋ? ਹਾਂ, ਕਰ ਸਕਦੇ ਹੋ ਅਗਰ ਤੁਹਾਨੂੰ ਆਪਣੀ ਜਾਂ ਆਪਣਿਆਂ ਦੀ ਪਰਵਾਹ ਨਹੀਂ ਹੈ। ਪਰ ਜਿਸ ਨੂੰ ਆਪਣੀ ਅਤੇ ਆਪਣਿਆਂ ਦੀ ਪਰਵਾਹ ਹੋਏਗੀ ਉਹ ਬਹੁਤ ਸੋਚ ਸਮਝ ਕੇ ਘਰ ਤੋਂ ਬਾਹਰ ਪੈਰ ਪੁੱਟੇਗਾ, ਸੋਚ ਸਮਝ ਕੇ ਘਰ ਦੇ ਅੰਦਰ ਦੁਬਾਰਾ ਪੈਰ ਰੱਖੇਗਾ, ਹਰ ਜਗ੍ਹਾ ਨੂੰ ਟੱਚ ਕਰਨ ਤੋਂ ਪਹਿਲਾਂ ਸੋਚੇਗਾ, ਇੱਕ ਮਨ ਦੇ ਵਿੱਚ ਵਹਿਮ ਰੱਖੇਗਾ ਇਸ ਚੀਜ਼ 'ਤੇ ਵੀ ਕਰੋਨਾ ਹੋ ਸਕਦਾ ਹੈ, ਉੱਥੇ ਵੀ ਕਰੋਨਾ ਹੋ ਸਕਦਾ ਹੈ। ਇਸ ਚੀਜ਼ ਨੂੰ ਅਗਰ ਅਸੀਂ ਮਨ ਦਾ ਵਹਿਮ ਬਣਾਵਾਂਗੇ ਤਾਂ ਅਸੀਂ ਜ਼ਿਆਦਾ ਸੁਖੀ ਰਵਾਂਗੇ, ਹੈਲਦੀ ਰਵਾਂਗੇ, ਕਰੋਨਾ ਨੂੰ ਡਿਫੀਟ ਕਰ ਸਕਦੇ ਹਾਂ। ਬਟ ਅਗਰ ਅਸੀਂ ਇਹ ਸੋਚਦੇ ਰਹੀਏ ਵਟ ਇਜ਼ ਕਰੋਨਾ, ਕੀ ਕਰ ਲਏਗਾ ਕਰੋਨਾ, ਅਸੀਂ ਘੁੰਮਦੇ ਫਿਰਦੇ ਹਾਂ, ਉਹ ਵੀ ਘੁੰਮਦਾ ਫਿਰਦਾ ਹੈ, ਕਰੋਨਾ ਨਹੀਂ ਹੈਗਾ। ਬਟ ਨਹੀਂ, ਇਹ ਕਿਸੇ ਦਾ ਸਕਾ ਨਹੀਂ ਹੈ, ਕਿਸੇ ਦਾ ਰਿਲੇਟਿਵ ਨਹੀਂ ਹੈ, ਕਿਸੇ ਦਾ ਰਿਸ਼ਤੇਦਾਰ ਨਹੀਂ ਹੈ, ਕਿਸੇ ਨੂੰ ਸੋਚ ਕੇ ਹੱਥ ਨਹੀਂ ਪਾਉਂਦਾ ਹੈਗਾ ਕਰੋਨਾ। ਸੋ ਅੱਜ ਤੋਂ ਸੋਚੋ ਤੁਸੀਂ ਆਪਣੀ ਇਮਿਊਨਿਟੀ ਨੂੰ, ਆਪਣੇ ਬੱਚਿਆਂ ਦੀ ਇਮਿਊਨਿਟੀ ਨੂੰ ਕਿਸ ਤਰ੍ਹਾਂ ਦੇ ਨਾਲ ਐਨਹਾਂਸ ਕਰ ਸਕਦੇ ਹੋ, ਕੀ ਹੈਲਦੀ ਫੂਡ ਦੇ ਸਕਦੇ ਹੋ। ਘਰਾਂ ਦੇ ਵਿੱਚ ਸਬਜ਼ੀਆਂ ਉਗਾਓ, ਘਰਾਂ ਦੇ ਵਿੱਚ ਫਲ ਉਗਾਉਣੇ ਸ਼ੁਰੂ ਕਰੋ, ਘਰਾਂ ਦੀ ਪ੍ਰੋਡਕਸ਼ਨ ਕਰਨੀ ਸ਼ੁਰੂ ਕਰੋ, ਬਾਹਰਲੀਆਂ ਚੀਜ਼ਾਂ ਨੂੰ ਖਾਣਾ ਬੰਦ ਕਰੋ, ਬਾਹਰਲੀਆਂ ਚੀਜ਼ਾਂ ਨੂੰ ਵਰਤਣਾ ਬੰਦ ਕਰੋ, ਬਾਹਰ ਬਿਨਾਂ ਮਤਲਬ ਦੇ ਫਜ਼ੂਲ ਦੇ ਖਰਚੇ ਬੰਦ ਕਰੋ। ਕਿ ਅਸੀਂ ਸਿਨੇਮਾਜ਼ ਦੇ ਵਿੱਚ ਫਿਲਮਾਂ ਦੇਖੇ ਬਿਨਾਂ ਨਹੀਂ ਰਹਿ ਸਕਦੇ, ਕਿ ਅਸੀਂ ਮਾਲਸ ਦੇ ਵਿੱਚ ਜ਼ਿਆਦਾ ਘੁੰਮੇ ਬਿਨਾਂ ਨਹੀਂ ਰਹਿ ਸਕਦੇ, ਕਿ ਅਸੀਂ ਅਵਾਰਾਗਰਦੀ ਕੀਤੇ ਬਿਨਾਂ ਨਹੀਂ ਰਹਿ ਸਕਦੇ। ਰੇਪ ਕੇਸਿਸ ਬਿਲਕੁਲ ਜ਼ੀਰੋ ਹੋ ਚੁੱਕੇ ਨੇ,
ਕਿੱਦਾਂ ਹੋਏ ਨੇ। ਨੇਚਰ ਨੇ ਹੀਲ ਕੀਤਾ ਹੈ ਆਪਣੇ ਆਪ ਨੂੰ, ਨੇਚਰ ਨੇ ਸਭ ਨੂੰ ਲੋਕਡਾਊਨ ਕਰਕੇ ਰੱਖ ਦਿੱਤਾ, ਨੇਚਰ ਨੇ ਇੱਕ ਤਰ੍ਹਾਂ ਦੇ ਨਾਲ ਸਾਨੂੰ ਅਲਾਰਮਿੰਗਲੀ ਜਗਾਇਆ ਹੈ। ਉੱਠ ਜੋ, ਜਾਗ ਜੋ, ਅਗਰ ਜ਼ਿੰਦਗੀ ਚਾਹੁੰਦੇ ਹੋ, ਅਗਰ ਚਾਹੁੰਦੇ ਹੋ ਇਹ ਧਰਤੀ ਬਚੀ ਰਹੇ, ਅਗਰ ਚਾਹੁੰਦੇ ਹੋ ਇਸ ਧਰਤੀ ਦੇ ਉੱਤੇ ਹੋਰ ਜਨਰੇਸ਼ਨਸ ਆ ਸਕਣ, ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਵੱਡੇ ਹੋ ਸਕਣ, ਤੁਹਾਡੇ ਬੱਚੇ ਇਸ ਦੁਨੀਆ ਨੂੰ ਦੇਖ ਸਕਣ, ਦੈਨ ਇਟ ਇਜ਼ ਮਾਈ ਰਿਕੁਐਸਟ, ਮਾਈ ਹੰਬਲ ਰਿਕੁਐਸਟ, ਪਲੀਜ਼ ਬਿਕਮ ਅਵੇਅਰ, ਬਿਕਮ ਮੈਚਿਓਰ ਐਟ ਲੀਸਟ। ਬੱਚੇ ਬੱਚੇ ਹੁੰਦੇ ਨੇ, ਬਟ ਤੁਸੀਂ ਮੈਚਿਓਰ ਉਦੋਂ ਹੋਵੋਗੇ ਜਦੋਂ ਤੁਸੀਂ ਆਪਣੀ ਅਕਲ ਤੋਂ ਕੰਮ ਲਓਗੇ, ਜਦੋਂ ਤੁਸੀਂ ਕਰੋਨਾ ਨੂੰ ਕਰੋਨਾ ਸਮਝੋਗੇ। ਅਕੋਰਡਿੰਗ ਟੂ ਦ WHO ਕਹਿ ਚੁੱਕਿਆ ਹੈ WHO, ਸ਼ਾਇਦ ਸਾਨੂੰ ਕਰੋਨਾ ਦੇ ਨਾਲ ਜੀਣਾ ਸਿੱਖਣਾ ਪਏ, ਕਰੋਨਾ ਦੇ ਵਿੱਚ ਜ਼ਿੰਦਗੀ ਕਿਸ ਤਰ੍ਹਾਂ ਜੀਣੀ ਹੈ ਉਹ ਸਾਨੂੰ ਤਰੀਕੇ ਲੱਭਣੇ ਪੈਣਗੇ, ਅਤੇ ਉਹ ਤਰੀਕੇ ਆਹੀ ਨੇ। ਦੇਖੋ, ਇਸ ਕਰੋਨਾ ਨੇ ਬਹੁਤ ਕੀਮਤੀ ਜਾਨਾਂ ਲਈਆਂ ਨੇ, ਸਾਡਾ ਬਹੁਤ ਲੋਸ ਕੀਤਾ ਹੈ, ਬਟ ਕਿਤੇ ਨਾ ਕਿਤੇ ਕਰੋਨਾ ਨੇ ਸਾਡੀ ਨੇਚਰ ਨੂੰ ਹੀਲ ਕੀਤਾ ਹੈ, ਸਾਨੂੰ ਫਰੈਸ਼ ਕੀਤਾ ਹੈ, ਫਰੈਸ਼ ਐਂਡ ਅਪ ਕੀਤਾ ਹੈ। ਇੱਕ ਤਰ੍ਹਾਂ ਦੇ ਨਾਲ ਆਪਾਂ ਫੋਨ ਨੂੰ ਰੀਬੂਟ ਕਰਦੇ ਹਾਂ ਨਾ, ਫੋਨ ਨੂੰ ਫਰੈਸ਼ ਕਰਦੇ ਹਾਂ, ਨੇਚਰ ਨੇ ਆਪਣੇ ਆਪ ਨੂੰ ਰੀਬੂਟ ਕੀਤਾ ਹੈ। ਸੋ ਦਿਸ ਇਜ਼ ਮਾਈ ਹੰਬਲ ਰਿਕੁਐਸਟ, ਪਲੀਜ਼ ਬੀ ਅਵੇਅਰ। ਥੈਂਕ ਯੂ।